ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਚੌਥੀ ਜਮਾਤ ਦਾ 12ਵਾਂ ਪਾਠ ਜਿਹਦਾ ਨਾਮ ਹੈ ਸਾਡੇ ਰੁੱਖ। ਤਾਂ ਆਓ ਪੜ੍ਹਦੇ ਹਾਂ। ਪਿਆਰੇ ਬੱਚਿਓ, ਅੱਜ ਆਪਾਂ ਪੰਜਾਬ ਦੇ ਕੁਝ ਲੋਪ ਹੋ ਰਹੇ ਰੁੱਖਾਂ ਬਾਰੇ ਜਾਣਾਂਗੇ। ਇਹ ਰੁੱਖ ਸਦੀਆਂ ਤੋਂ ਸਾਡੇ ਮਦਦਗਾਰ ਬਣੇ ਹੋਏ ਹਨ। ਇਹ ਘਰ ਬਣਾਉਣ ਤੋਂ ਲੈ ਕੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਦਵਾਈਆਂ ਵਿੱਚ ਵੀ ਸਾਡੇ ਅੰਗ ਸੰਗ ਰਹਿੰਦੇ ਹਨ। ਕੋਈ ਸਮਾਂ ਸੀ ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ਰੁੱਖ ਜ਼ਰੂਰ ਹੁੰਦਾ ਸੀ, ਪਰ ਹੁਣ ਲਾਲਚ ਵਸ ਇਹਨਾਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਸਾਡੇ ਘਰ ਰੁੱਖਾਂ ਤੋਂ ਸਖਣੇ ਹੋ ਰਹੇ ਹਨ। ਤੇ ਇੱਥੇ ਦੱਸਿਆ ਗਿਆ ਹੈ ਵੀ ਰੁੱਖ ਸਾਡੇ ਕਿੰਨੇ ਮਦਦ ਆਉਂਦੇ ਨੇ, ਸਾਡੀ ਕਿੰਨੀ ਮਦਦ ਕਰਦੇ ਨੇ। ਪਹਿਲਾਂ ਕੁਝ ਸਮਾਂ ਸੀ ਜਦ ਹਰ ਘਰ ਵਿੱਚ ਇੱਕ ਰੁੱਖ ਜ਼ਰੂਰ ਹੁੰਦਾ ਸੀ, ਪਰ ਹੁਣ ਉਹ ਕਈ ਸਾਰੇ ਰੁੱਖ ਜਿਹੜੇ ਹੈਗੇ ਨੇ ਉਹ ਵੈਸੇ ਵੀ ਲੋਪ ਹੋ ਚੁੱਕੇ ਨੇ। ਲੋਪ ਹੋ ਚੁੱਕੇ ਜਿਹਦਾ ਮਤਲਬ ਹੁੰਦਾ ਹੈ ਵੀ ਉਹ ਖਤਮ ਹੋ ਚੁੱਕੇ ਨੇ, ਮੁੱਕ ਰਹੇ ਨੇ। ਪਹਿਲਾਂ ਰੁੱਖ ਸਾਡੇ ਅੰਗ ਸੰਗ ਰਹਿੰਦੇ ਸਨ, ਜਿਹਦਾ ਮਤਲਬ ਨਾਲ ਨਾਲ ਸਦਾ ਮਦਦ ਹੀ ਕਰਦੇ ਸੀ ਸਾਡੀ, ਪਰ ਹੁਣ ਅਸੀਂ ਅੰਨ੍ਹੇਵਾਹ ਇਹਨਾਂ ਨੂੰ ਕੱਟ ਰਹੇ ਹੈਗੇ ਆ ਬਿਨਾਂ ਕੁਝ ਸੋਚੇ, ਤੇ ਹੁਣ ਉਹ ਲੋਪ ਹੁੰਦੇ ਜਾਂਦੇ ਨੇ। ਸਖੜੇ ਦਾ ਮਤਲਬ ਬਗੈਰ। ਅੱਗੇ ਵਧਦੇ ਹਾਂ ਬੱਚਿਓ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਰਾਜ ਰੁੱਖ ਟਾਹਲੀ ਬਾਰੇ। ਇਸ ਨੂੰ ਹਿੰਦੀ ਵਿੱਚ ਸ਼ੀਸ਼ਮ ਕਹਿੰਦੇ ਹਨ। ਇਹ ਪੰਜਾਬ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਵਿੱਚ ਮਿਲਦੀ ਹੈ। ਸੜਕਾਂ ਦੇ ਦੋਹੀ ਪਾਸੇ ਪਹਿਲਾਂ ਇਹ ਰੁੱਖ ਵੱਡੀ ਗਿਣਤੀ ਵਿੱਚ ਹੁੰਦੇ ਸਨ, ਪਰ ਹੁਣ ਇਹਨਾਂ ਨੂੰ ਨਵੀਆਂ ਸੜਕਾਂ ਦੇ ਨਾਲ-ਨਾਲ ਨਹੀਂ ਲਾਇਆ ਜਾ ਰਿਹਾ। ਝੋਨੇ ਦੀ ਫਸਲ ਦੀ ਪੈਦਾਵਾਰ ਵੱਡੇ ਪੱਧਰ ਤੇ ਹੋਣ ਕਰਕੇ ਹੁਣ ਖੇਤਾਂ ਵਿੱਚ ਵੀ ਇਹਨਾਂ ਦੀ ਗਿਣਤੀ ਬਹੁਤ ਘਟ ਗਈ ਹੈ। ਟਾਹਲੀ ਦੀ ਖੂਬੀ ਇਸ ਦੀ ਮਜ਼ਬੂਤ ਲੱਕੜ ਕਰਕੇ ਹੈ। ਇਹ ਮਜ਼ਬੂਤ ਹੋਣ ਦੇ ਨਾਲ-ਨਾਲ ਰੇਸ਼ੇਦਾਰ ਵੀ ਹੁੰਦੀ ਹੈ। ਕਾਲੀ ਟਾਹਲੀ ਫਰਨੀਚਰ ਬਣਾਉਣ ਲਈ ਉੱਤਮ ਮੰਨੀ ਜਾਂਦੀ ਹੈ। ਇਸ ਦੀ ਕੀਮਤ ਵੀ ਆਮ ਲੱਕੜ ਨਾਲੋਂ ਕਾਫੀ ਵੱਧ ਹੁੰਦੀ ਹੈ। ਪੁਰਾਣੇ ਵੇਲਿਆਂ ਵਿੱਚ ਹਲ, ਪੰਜਾਲੀ, ਗੱਡਾ, ਸੰਦੂਕ ਆਦਿ ਵਸਤਾਂ ਇਸੇ ਲੱਕੜ ਦੀਆਂ ਬਣਦੀਆਂ ਸਨ। ਇਸ ਦੀ ਉਮਰ ਸੈਂਕੜੇ ਸਾਲ ਵੀ ਹੋ ਸਕਦੀ ਹੈ। ਨੌਜਵਾਨਾਂ ਦੇ ਨਿਰੋਏ ਜੋਸਿਆਂ ਨੂੰ ਟਾਹਲੀ ਦੀ ਉਦਾਹਰਨ ਰਾਹੀਂ ਵਡਿਆਇਆ ਗਿਆ ਹੈ। ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ, ਭੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ। ਆਓ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਰਾਜ ਰੁੱਖ, ਜਿਹਨੂੰ ਆਪਾਂ ਕਹਿੰਦੇ ਆ ਸਟੇਟ ਟਰੀ, ਟਾਹਲੀ ਬਾਰੇ ਗੱਲ ਕਰਦੇ ਹੈਗੇ ਆ। ਇਸ ਵਿੱਚ ਇਹ ਦੱਸਿਆ ਗਿਆ ਵੀ ਇਸ ਨੂੰ ਹਿੰਦੀ ਦੇ ਵਿੱਚ ਸ਼ੀਸ਼ਮ ਕਿਹਾ ਜਾਂਦਾ ਹੈ ਤੇ ਇਹ ਪੰਜਾਬ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਰਾਜਾਂ ਦੇ ਵਿੱਚ ਉਗਾਇਆ ਜਾਂਦਾ ਹੈ। ਪਹਿਲਾਂ ਤਾਂ ਸੜਕਾਂ ਦੇ ਦੋਹੀ ਪਾਸੇ ਇਹਨੂੰ ਲਾਇਆ ਜਾਂਦਾ ਸੀ, ਪਰ ਹੁਣ ਜਿਵੇਂ ਜਿਵੇਂ ਨਵੀਆਂ ਸੜਕਾਂ ਬਣ ਰਹੀਆਂ ਨੇ ਤਾਂ ਇਹ ਨਹੀਂ ਲਾਇਆ ਜਾਂਦਾ। ਤੇ ਨਾਲ ਦੀ ਨਾਲ ਆਪਾਂ ਦੇਖਦੇ ਹੈਗੇ ਆ ਵੀ ਖੇਤਾਂ ਵਿੱਚ ਵੀ ਫਸਲ ਹੋਰ ਹੋ ਜਾਏ, ਇਸ ਕਰਕੇ ਨਾ ਰੁੱਖਾਂ ਨੂੰ ਨਹੀਂ ਲਾਇਆ ਜਾਂਦਾ। ਜਿਹੜੀ ਟਾਹਲੀ ਹੈਗੀ ਹੈ ਇਹ ਸਭ ਤੋਂ ਜ਼ਿਆਦਾ ਮਸ਼ਹੂਰ ਆਪਣੀ ਮਜ਼ਬੂਤੀ ਕਰਕੇ ਹੁੰਦੀ ਹੈ। ਇਹਦੀ ਲੱਕੜ ਬਹੁਤ ਮਜ਼ਬੂਤ ਹੁੰਦੀ ਹੈ ਤੇ ਨਾਲ ਦੀ ਨਾਲ ਇਹ ਰੇਸ਼ੇਦਾਰ ਵੀ ਹੁੰਦੀ ਹੈ, ਜਿਹਦਾ ਮਤਲਬ ਹੁੰਦਾ ਹੈ ਧਾਰੀਦਾਰ ਵੀ ਹੁੰਦੀ ਹੈ, ਪੱਕੀ ਵੀ ਤੇ ਧਾਰੀਦਾਰ ਵੀ ਹੁੰਦੀ ਹੈ। ਪਹਿਲਾਂ ਦੇ ਸਮੇਂ ਦੇ ਵਿੱਚ ਇਹਦਾ ਬਹੁਤ ਵਧੀਆ ਫਰਨੀਚਰ ਬਣਦਾ ਸੀ, ਜਿਵੇਂ ਮੇਜ਼, ਕੁਰਸੀਆਂ, ਇਹ ਜੀਆਂ ਚੀਜ਼ਾਂ ਉੱਤਮ ਬਣਦੀਆਂ ਸੀ, ਵਧੀਆ ਬਣਾਈਆਂ ਜਾਂਦੀਆਂ ਸੀ ਇਸ ਦੀ ਲੱਕੜ ਤੋਂ। ਤੇ ਨਾਲ ਦੀ ਨਾਲ ਪੁਰਾਣੇ ਵੇਲਿਆਂ ਦੇ ਵਿੱਚ ਆਪਾਂ ਜਿਹੜੇ ਹਲ ਹੁੰਦੇ ਨੇ, ਭਜਾਲੀ ਹੁੰਦੀ ਹੈ, ਜਾਂ ਫਿਰ ਗੱਡਾ ਹੋ ਗਿਆ, ਸੰਦੂਕ ਹੋ ਗਿਆ, ਇੱਕ ਤਰੀਕੇ ਦਾ ਸੂਟਕੇਸ, ਉਹ ਸਾਰੇ ਇਸੇ ਲੱਕੜ ਦੇ ਬਣਦੇ ਸੀ। ਤੇ ਇਸ ਰੁੱਖ ਦੀ ਜਿਹੜੀ ਲੱਕੜ ਹੁੰਦੀ ਹੈ ਉਹ ਬਹੁਤ ਸਾਲਾਂ ਤੱਕ ਚੱਲਦੀ ਹੈ, ਘੱਟੋ ਘੱਟ 100 ਸਾਲਾਂ ਤੱਕ ਤਾਂ ਚੱਲਦੀ ਹੈਗੀ ਹੈ। ਤੇ ਇਸ ਦੀ ਲੱਕੜ ਨੂੰ ਨੌਜਵਾਨਾਂ ਦੇ ਜੋਸ਼ ਦੇ ਨਾਲ ਵੀ ਮੇਲ ਜੋਲ ਕਰਾਇਆ ਗਿਆ ਹੈ ਉਸਦਾ, ਤੇ ਕਿਹਾ ਗਿਆ ਹੈ ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉ ਟਾਹਲੀ ਦੇ ਪਾਵੇ, ਭੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ। ਵੀ ਇਹ ਮੁੰਡੇ ਜਿਹੜੇ ਹੈਗੇ ਨੇ, ਨਰੋਏ ਦਾ ਮਤਲਬ ਹੁੰਦਾ ਹੈ ਬੱਚੋ
ਜਿਹੜੇ ਜਵਾਨ ਤੇ ਤਕੜਾ ਸਰੀਰ ਹੁੰਦਾ ਹੈ ਉਹਨੂੰ ਨਰੋਏ ਕਿਹਾ ਜਾਂਦਾ ਹੈ। ਵੀ ਇਹ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਆਪਾਂ ਦੱਸ ਰਹੇ ਹੈਗੇ ਆ ਵੀ ਇਹ ਸ਼ੀਸ਼ਮ ਦੀ ਲੱਕੜ ਦੇ ਵਰਗੇ ਮਜ਼ਬੂਤ ਹੈਗੇ ਨੇ ਤੇ ਇਹ ਭੰਗੜਾ ਪਾਉਂਦੇ ਨੇ। ਟਾਹਲੀ ਤੋਂ ਬਾਅਦ ਅਗਲਾ ਮਹੱਤਵਪੂਰਨ ਰੁੱਖ ਨਿੰਮ ਹੈ। ਨਿੰਮ ਤਾਂ ਸਾਡੇ ਤਨ ਨੂੰ ਦਰੁਸਤ ਰੱਖਣ ਵਿੱਚ ਬੜਾ ਯੋਗਦਾਨ ਹੈ। ਪੁਰਾਣੇ ਸਮਿਆਂ ਵਿੱਚ ਕਈ ਤਰ੍ਹਾਂ ਦੇ ਰੋਗਾਂ ਦਾ ਇਲਾਜ ਸਿਰਫ ਨਿੰਮ ਨਾਲ ਹੀ ਕਰ ਲਿਆ ਜਾਂਦਾ ਸੀ। ਹੁਣ ਵੀ ਚਮੜੀ ਰੋਗਾਂ ਲਈ ਨਿੰਮ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਦਾਤਣ ਦੰਦਾਂ ਨੂੰ ਰੋਗ ਰਹਿਤ ਰੱਖਦੀ ਹੈ। ਇਸ ਦੇ ਪੱਤਿਆਂ ਦੀ ਵਰਤੋਂ ਘਰਾਂ ਵਿੱਚ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਫਲ ਨੂੰ ਨਿਮੋਲੀਆ ਕਿਹਾ ਜਾਂਦਾ ਹੈ। ਨਿੰਮ ਦੀ ਲੱਕੜ ਵੀ ਕਈ ਤਰ੍ਹਾਂ ਦੇ ਕੰਮ ਆਉਂਦੀ ਹੈ। ਘਰਾਂ ਵਿੱਚ ਮਸਾਲੇ ਰਗੜਨ ਲਈ ਵਰਤੇ ਜਾਂਦੇ ਕੋਟਣੇ ਜ਼ਿਆਦਾਤਰ ਇਸੇ ਰੁੱਖ ਦੇ ਬਣੇ ਹੁੰਦੇ ਹਨ। ਸਾਡੇ ਲੋਕ ਗੀਤਾਂ ਵਿੱਚ ਨਿੰਮ ਦਾ ਬੜਾ ਜ਼ਿਕਰ ਆਉਂਦਾ ਹੈ, ਜਿਵੇਂ ਕੌੜੀ ਨਿੰਮ ਨੂੰ ਪਤਾਸੇ ਲੱਗਦੇ ਜਿੱਥੋਂ ਦੀ ਮੇਰਾ ਵੀਰ ਲੰਘ ਜੇ। ਤੇ ਇੱਥੇ ਅਗਲੇ ਰੁੱਖ ਦੀ ਗੱਲ ਕੀਤੀ ਗਈ ਹੈ ਜਿਹਦਾ ਨਾਮ ਹੈਗਾ ਨਿੰਮ। ਨਿੰਮ ਵਰਤਿਆ ਜਾਂਦਾ ਹੈ ਸਾਡੇ ਸਰੀਰ ਨੂੰ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ। ਇਹ ਬਹੁਤ ਯੋਗਦਾਨ ਦਿੰਦਾ ਹੈ, ਸਹਾਇਕ ਹੁੰਦਾ ਹੈ। ਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਬਿਮਾਰੀਆਂ ਹੁੰਦੀਆਂ ਸੀ ਉਹਦੇ ਵਿੱਚ ਨਿੰਮ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਹੁਣ ਜੇ ਚਮੜੀ ਦੀ ਦਾ ਮਤਲਬ ਹੈਗਾ ਸਕਿਨ ਦੀ ਕੋਈ ਪ੍ਰੋਬਲਮ ਹੋ ਜਾਵੇ ਤਾਂ ਵੀ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨੂੰ ਦਾਤਣ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਬ੍ਰਸ਼ ਕਰਨ ਦੇ ਲਈ। ਤੇ ਇਸ ਦੇ ਪੱਤਿਆਂ ਦੀ ਵਰਤੋਂ ਘਰਾਂ ਵਿੱਚ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਤੇ ਇਸ ਦੇ ਫੁੱਲ ਨੂੰ ਨਿਮੋਲੀ ਕਿਹਾ ਜਾਂਦਾ ਹੈ। ਤੇ ਨਿੰਮ ਦੀ ਜਿਹੜੀ ਲੱਕੜ ਹੁੰਦੀ ਹੈ ਉਹ ਵੀ ਬਹੁਤ ਕੰਮ ਆਉਂਦੀ ਹੈ ਘਰਾਂ ਦੇ ਵਿੱਚ। ਜਿਹੜੇ ਆਪਾਂ ਮਸਾਲੇ ਰਗੜਦੇ ਹੈਗੇ ਆ ਉਸ ਦੇ ਲਈ ਜਿਹੜਾ ਆਪਾਂ ਘੋਟਣਾ ਇਸਤੇਮਾਲ ਕਰੀਦਾ ਜ਼ਿਆਦਾਤਰ ਉਹ ਇਸੇ ਰੁੱਖ ਦਾ ਬਣਿਆ ਹੁੰਦਾ ਹੈ। ਤੇ ਇਹ ਲੋਕ ਗੀਤਾਂ ਵਿੱਚ ਵੀ ਵਰਤਿਆ ਜਾਂਦਾ ਹੈ ਵੀ ਕੌੜੀ ਨਿੰਮ ਕੌੜੀ ਹੁੰਦੀ ਹੈ ਪਰ ਇਹ ਬਹੁਤ ਸਿਹਤਮੰਦ ਹੁੰਦੀ ਹੈ। ਇੱਥੇ ਦੱਸਿਆ ਗਿਆ ਵੀ ਕੌੜੀ ਨਿੰਮ ਨੂੰ ਪਤਾਸੇ ਲੱਗਦੇ ਜਿੱਥੋਂ ਦੀ ਮੇਰਾ ਵੀਰ ਲੰਘ ਜੇ। ਵੀ ਜਿੱਥੋਂ ਵੀ ਮੇਰਾ ਵੀਰ ਲੰਘਦਾ ਹੈ ਉੱਥੇ ਨਿੰਮ ਨੂੰ ਪਤਾਸੇ ਲੱਗਦੇ ਨੇ, ਉੱਥੋਂ ਨਿੰਮ ਮਿੱਠੀ ਹੋ ਜਾਂਦੀ ਹੈ। ਅੱਗੇ ਚੱਲਦੇ ਹਾਂ। ਹੁਣ ਜਿਸ ਰੁੱਖ ਬਾਰੇ ਆਪਾਂ ਗੱਲ ਕਰਾਂਗੇ ਉਸ ਦਾ ਲੱਖਣ ਤੁਸੀਂ ਆਪ ਲਾਉਣਾ ਹੈ। ਲੱਖਣ ਦਾ ਮਤਲਬ ਹੁੰਦਾ ਹੈ ਅੰਦਾਜ਼ਾ। ਅੱਗੇ ਚੱਲਦੇ ਹਾਂ। ਸਾਉਣ ਮਹੀਨੇ ਕੁੜੀਆਂ ਇਕੱਠੀਆਂ ਹੋ ਕੇ ਇਸ ਤੇ ਪੀਂਘਾਂ ਪਾਉਂਦੀਆਂ ਹਨ। ਇਸ ਦੀ ਛਾਵੇਂ ਤੀਆਂ ਲੱਗਦੀਆਂ ਹਨ। ਬੁੱਝੋ ਤਾਂ ਭਲਾ ਇਹ ਕਿਹੜਾ ਰੁੱਖ ਹੈ? ਹਾਂ, ਇਹ ਰੁੱਖ ਹੈ ਪੀਪਲ। ਇਸ ਰੁੱਖ ਦੀ ਸਾਡੇ ਪੂਰੇ ਦੇਸ਼ ਵਿੱਚ ਬੜੀ ਮਾਨਤਾ ਹੈ। ਇਸ ਨੂੰ ਧਾਰਮਿਕ ਸੰਸਕਾਰਾਂ ਕਰਕੇ ਕੱਟਿਆ ਨਹੀਂ ਜਾਂਦਾ। ਨਿੰਮ ਵਾਂਗ ਪੀਪਲ ਦੀ ਵਰਤੋਂ ਵੀ ਕਈ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀ ਜੜ ਤੇ ਛਿੱਲ ਨੂੰ ਪੇਟ ਦੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਲਾਖ ਵੀ ਕਈ ਕੰਮ ਆਉਂਦੀ ਹੈ। ਲਾਖ ਹੁੰਦੀ ਹੈ ਬੱਚਿਓ, ਜਿਵੇਂ ਆਪਾਂ ਕਹੀਏ ਜੇ ਪੀਪਲ ਦੇ ਰਸ ਵਿੱਚੋਂ ਉਸ ਦੀਆਂ ਟਹਿਣੀਆਂ ਉੱਤੇ ਪੈਦਾ ਹੋਣ ਵਾਲੇ ਇੱਕ ਪਦਾਰਥ ਨੂੰ ਕਿਹਾ ਜਾਂਦਾ ਹੈ। ਇਸ ਤੋਂ ਬਟਨ, ਬਿਜਲੀ ਦੀਆਂ ਤਾਰਾਂ ਲਈ ਪਲਾਸਟਿਕ ਆਦਿ ਬਣਦੀ ਹੈ। ਇਸ ਦੀ ਲੱਕੜ ਕੱਚੀ ਹੋਣ ਕਰਕੇ ਇਹ ਬਾਲਣ ਜਾਂ ਹੋਰ ਛੋਟੇ-ਮੋਟੇ ਕੰਮਾਂ ਲਈ ਹੀ ਵਰਤੀ ਜਾਂਦੀ ਹੈ। ਪੀਪਲ ਨਾਲ ਸਾਡੀ ਸਾਂਝ ਦਰਸਾਉਂਦੇ ਅਨੇਕਾਂ ਲੋਕ ਗੀਤ ਹਨ, ਜਿਵੇਂ ਸੁਣ ਪੀਪਲਾਵੇ ਮੇਰੇ ਪਿੰਡ ਦਿਆਂ, ਪਿੰਗਾ ਤੇਰੇ ਤੇ ਪਾਈਆਂ, ਹਾੜ ਮਹੀਨੇ ਛਾਵੇਂ ਬੈਠਣ, ਪਿੰਡ ਦੀਆਂ ਮੱਝੀਆਂ ਗਾਈਆਂ। ਤੇ ਇੱਥੇ ਦੱਸਿਆ ਗਿਆ ਵੀ ਹੁਣ ਆਪਾਂ ਇੱਕ ਹੋਰ ਰੁੱਖ ਦੀ ਗੱਲ ਕਰਾਂਗੇ ਜਿਹਨੂੰ ਬੁੱਝਣਾ ਤੁਸੀਂ ਆਪ ਹੀ ਹੈਗਾ ਵੀ ਉਹ ਕਿਹੜਾ ਰੁੱਖ ਹੈਗਾ। ਇਹਦੀ ਖਾਸ ਗੱਲ ਇਹ ਹੈਗੀ ਹੈ ਵੀ ਸਾਉਣ ਦੇ ਮਹੀਨੇ ਤੇ ਕੁੜੀਆਂ ਇਕੱਠੀਆਂ ਹੋ ਕੇ ਇਹਨਾਂ ਤੇ ਪਿੰਗਾ ਪਾਉਂਦੀਆਂ ਨੇ। ਸਾਉਣ ਦਾ ਮਹੀਨਾ ਹੁੰਦਾ ਹੈ ਇੱਕ ਦੇਸੀ ਮਹੀਨਾ ਜੋ ਮੱਧ ਜੁਲਾਈ ਤੋਂ ਮੱਧ ਅਗਸਤ ਤੱਕ ਹੁੰਦਾ ਹੈ। ਤੇ ਕੁੜੀਆਂ ਇਹਦੇ ਤੇ ਪਿੰਗਾ ਚੁੱਲੇ ਪਾਉਂਦੀਆਂ ਨੇ। ਇਸ ਦੀ ਛਾਵੇਂ ਧੀਆਂ ਲੱਗਦੀਆਂ ਨੇ। ਹੁਣ ਧੀਆਂ ਇੱਕ ਤਿਉਹਾਰ ਹੁੰਦਾ ਹੈ ਬੱਚੋ। ਤਾਂ ਬੁੱਝੋ ਤਾਂ ਇਹ ਕੀ ਹੈਗਾ? ਇਹ ਹੈਗਾ ਹੈ ਪੀਪਲ ਦਾ ਰੁੱਖ। ਇਹ ਰੁੱਖ ਪੂਰੇ ਆਪਣੇ ਦੇਸ਼ ਦੇ ਵਿੱਚ ਬਹੁਤ ਪ੍ਰਸਿੱਧ ਹੈਗਾ ਤੇ ਨਾਲ ਦੀ ਨਾਲ ਇਹ ਜਿਹੜੇ ਧਾਰਮਿਕ ਕੰਮ ਹੈਗੇ ਉਹਦੇ ਵਿੱਚ ਵੀ ਇਹਨੂੰ ਇਸਤੇਮਾਲ ਕੀਤਾ ਜਾਂਦਾ, ਇਸ ਲਈ ਇਹਨੂੰ ਕੱਟਿਆ ਨਹੀਂ ਜਾਂਦਾ।
ਜਿਵੇਂ ਆਪਾਂ ਨਿੰਮ ਦੀ ਗੱਲ ਕੀਤੀ ਸੀ, ਪੀਪਲ ਦੀ ਵੀ ਵਰਤੋਂ ਕਈ ਬਿਮਾਰੀਆਂ ਦਾ ਇਲਾਜ ਦੇ ਲਈ ਕੀਤੀ ਜਾਂਦੀ ਹੈ। ਇਹ ਅਨੇਕਾਂ ਬਿਮਾਰੀਆਂ ਦੂਰ ਕਰਦੀ ਹੈ ਤੇ ਇਸ ਦੀ ਜੜ ਤੇ ਛਿੱਲ ਨੂੰ ਪੇਟ ਦੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਮੈਂ ਹੁਣੀ ਦੱਸਿਆ ਸੀ ਵੀ ਪੇਟ ਦੀ ਬਿਮਾਰੀ ਜਾਂ ਕੋਈ ਹੋਰ ਬਿਮਾਰੀ ਦੇ ਲਈ ਵੀ ਇਹਨੂੰ ਵਰਤਿਆ ਜਾਂਦਾ ਹੈ। ਤੇ ਇਸ ਦੇ ਇਲਾਵਾ ਇਸ ਦੀ ਜਿਹੜੀ ਲਾਖ ਹੁੰਦੀ ਹੈ, ਲਾਖ ਮੈਂ ਫੇਰ ਦੱਸ ਦਿੰਦੀ ਹਾਂ, ਪੀਪਲ ਦੇ ਰਸ ਵਿੱਚੋਂ ਉਸ ਦੀਆਂ ਟਹਿਣੀਆਂ ਉੱਤੇ ਪੈਦਾ ਹੋਣ ਵਾਲਾ ਇੱਕ ਪਦਾਰਥ ਨੂੰ ਲਾਖ ਕਿਹਾ ਜਾਂਦਾ ਹੈ। ਉਹ ਵੀ ਬਹੁਤ ਕੰਮ ਆਉਂਦਾ ਹੈ। ਤੇ ਨਾਲ ਦੀ ਨਾਲ ਇਸ ਦੇ ਬਟਨ, ਪਲਾਸਟਿਕ, ਬਿਜਲੀ ਦੀਆਂ ਤਾਰਾਂ, ਬਹੁਤ ਚੀਜ਼ਾਂ ਬਣਦੀਆਂ ਨੇ। ਇਹਦੀ ਜਿਹੜੀ ਲੱਕੜ ਹੁੰਦੀ ਹੈ ਉਹ ਛੋਟੀ ਹੁੰਦੀ ਹੈ, ਇਸ ਕਰਕੇ ਬਾਲਣ ਦੇ ਕੰਮ ਆਉਂਦੀ ਹੈਗੀ ਹੈ। ਤੇ ਇਹਦੇ ਨਾਲ ਪ੍ਰਚਲਿਤ ਇੱਕ ਲੋਕ ਗੀਤ ਵੀ ਹੈਗਾ ਜਿਸ ਵਿੱਚ ਕਿਹਾ ਗਿਆ ਵੇ ਸੁਣਵੇ ਪੀਪਲਾ ਮੇਰੇ ਪਿੰਡ ਦਿਆ, ਅਸੀਂ ਤੇਰੇ ਤੇ ਪਿੰਗਾ ਪਾਈਆਂ ਝੂਟੇ ਲਾਏ ਹੋਏ ਨੇ। ਤੇ ਹਾੜ ਦੇ ਮਹੀਨੇ ਦੇ ਵਿੱਚ ਜਦ ਬਹੁਤ ਜ਼ਿਆਦਾ ਧੁੱਪ ਵੀ ਪੈਂਦੀ ਹੈ, ਉਦੋਂ ਮੱਝਾਂ ਗਾਵਾਂ ਆ ਕੇ ਤੇਰੀ ਛਾਂ ਦੇ ਵਿੱਚ ਬੈਠਦੀਆਂ ਨੇ। ਹੁਣ ਆਪਾਂ ਅੱਗੇ ਚੱਲਦੇ ਹਾਂ। ਹੁਣ ਵਾਰੀ ਹੈ ਰੁੱਖਾਂ ਵਿੱਚੋਂ ਵੱਡੀ ਉਮਰ ਦੇ ਵੱਡੇ ਆਕਾਰ ਵਾਲੇ ਰੁੱਖ ਦੀ। ਇਹ ਰੁੱਖ ਹੈ ਬੋੜ। ਇਸ ਦੀ ਉਮਰ ਸੈਂਕੜੇ ਸਾਲ ਹੁੰਦੀ ਹੈ। ਇਹ ਚਾਰ ਚੁਫੇਰੇ ਦੂਰ ਦੂਰ ਤੱਕ ਫੈਲਦਾ ਹੈ। ਇਸ ਦੇ ਟਾਣੇ ਕਾਫੀ ਲੰਬਾਈ ਤੱਕ ਵੱਧ ਜਾਂਦੇ ਹਨ। ਇਹਨਾਂ ਟਾਣਿਆਂ ਦੀ ਮਦਦ ਲਈ ਇਹਨਾਂ ਦੇ ਨਕਲੀ ਤਣੇ ਆ ਜਾਂਦੇ ਹਨ, ਜਿਨ੍ਹਾਂ ਨੂੰ ਬੋੜ ਦੀ ਦਾੜੀ ਕਹਿੰਦੇ ਹਨ। ਬੱਚੇ ਅਕਸਰ ਇਸ ਨਾਲ ਲਮਕ ਕੇ ਝੂਟੇ ਲੈਂਦੇ ਹਨ। ਪੀਪਲ ਵਾਂਗ ਇਸ ਦੀ ਲੱਕੜ ਵੀ ਬਾਲਣ ਤੋਂ ਬਿਨਾ ਕਿਸੇ ਹੋਰ ਕੰਮ ਘੱਟ ਹੀ ਆਉਂਦੀ ਹੈ। ਇਸ ਦੀ ਛਾਂ ਬੜੀ ਸੰਘਣੀ ਹੁੰਦੀ ਹੈ। ਵੱਡੇ ਆਕਾਰ ਅਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ਆਲਣੇ ਪਾਉਂਦੇ ਹਨ। ਇਸ ਦੀ ਛਿੱਲ ਦੁੱਧ ਅਤੇ ਪੱਤਿਆਂ ਨੂੰ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸ ਦੇ ਫਲ ਨੂੰ ਗੋਲ ਕਿਹਾ ਜਾਂਦਾ ਹੈ, ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਇਸ ਦੇ ਬੀਜ ਹੁੰਦੇ ਹਨ। ਗੀਤਾਂ ਵਿੱਚ ਮਾਂ ਦੇ ਪਿਆਰ ਨੂੰ ਬੋੜ ਦੀ ਸੰਘਣੀ ਤੇ ਠੰਡੀ ਛਾਂ ਨਾਲ ਮੇਲ ਕੇ ਦੇਖਿਆ ਜਾਂਦਾ ਹੈ। ਇੱਕ ਮਾਂ, ਬੋੜ ਦੀ ਛਾਂ ਤੇ ਰੱਬ ਦਾ ਨਾਂ, ਪਿਆਰੇ ਇੱਕੋ ਜਿਹੇ। ਤੇ ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਬਜ਼ੁਰਗ, ਸਭ ਤੋਂ ਵੱਡੇ ਰੁੱਖ ਦੀ, ਜਿਹਦਾ ਨਾਂ ਹੈਗਾ ਬੋੜ। ਇਹ ਹਜ਼ਾਰਾਂ ਸਾਲਾਂ ਤੱਕ ਜਿਉਂਦਾ ਹੈ ਤੇ ਬਹੁਤ ਘਣਾ ਹੋ ਜਾਂਦਾ ਹੈ, ਫੈਲ ਜਾਂਦਾ ਹੈ। ਤੇ ਇਹਦੇ ਵਿੱਚੋਂ ਇਹਦੀਆਂ ਜਿਹੜੀਆਂ ਕਾਫੀ ਲੰਬੀਆਂ ਟਹਿਣੀਆਂ ਹੈਗੀਆਂ ਉਹ ਵੀ ਵੱਧ ਜਾਂਦੀਆਂ ਨੇ ਤੇ ਟਹਿਣੀਆਂ ਦੀ ਮਦਦ ਦੇ ਲਈ ਇਹਦੇ ਵਿੱਚੋਂ ਇਹਦੀ ਦਾੜੀ ਨਿਕਲ ਆਉਂਦੀ ਹੈ। ਬੋੜ ਦੀ ਦਾੜੀ ਕਿਹਾ ਜਾਂਦਾ ਹੈ ਤੇ ਬੱਚੇ ਅਕਸਰ ਉਸ ਤੇ ਝੂਟੇ ਲੈਂਦੇ ਹੈਗੇ ਨੇ। ਇਸ ਦੀ ਲੱਕੜ ਵੀ ਘੱਟ ਹੀ ਇਸਤੇਮਾਲ ਕੀਤੀ ਜਾਂਦੀ ਹੈ, ਬਸ ਆਪਾਂ ਖਾਣਾ ਪਕਾਉਣ ਦੇ ਲਈ ਇਸਤੇਮਾਲ ਕਰਦੇ ਹਾਂ। ਤੇ ਪੀਪਲ ਵਾਂਗ ਹੀ ਇਸ ਦੀ ਲੱਕੜ ਘੱਟ ਇਸਤੇਮਾਲ ਕੀਤੀ ਜਾਂਦੀ ਹੈ ਤੇ ਇਹਦੀ ਛਾਂ ਬਹੁਤ ਸੰਘਣੀ ਹੁੰਦੀ ਹੈਗੀ ਹੈ। ਤੇ ਨਾਲ ਦੀ ਨਾਲ ਇਸ ਤੇ ਬਹੁਤ ਸਾਰੇ ਪੰਛੀ ਆ ਕੇ ਆਪਣੇ ਆਲਣੇ ਵੀ ਪਾਉਂਦੇ ਨੇ। ਇਸ ਦੀ ਵਰਤੋਂ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਕੀਤੀ ਜਾਂਦੀ ਹੈਗੀ ਹੈ। ਇਸ ਦੇ ਫਲ ਨੂੰ ਗੋਲ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਇਸ ਦੇ ਹਜ਼ਾਰਾਂ ਬੀਜ ਹੁੰਦੇ ਨੇ। ਤੇ ਇਸ ਦੀ ਛਾਂ, ਇਸ ਦੇ ਪਿਆਰ ਨੂੰ ਮਾਂ ਦੀ ਛਾਂ ਦੇ ਨਾਲ ਮੇਲ ਕਰਾਇਆ ਗਿਆ ਹੈ ਤੇ ਕਿਹਾ ਗਿਆ ਹੈ ਵੀ ਇੱਕ ਮਾਂ, ਇੱਕ ਬੋੜ ਦੀ ਛਾਂ ਤੇ ਰੱਬ ਦਾ ਨਾਂ, ਸਾਰੇ ਇੱਕੋ ਜਿਹੇ ਪਿਆਰੇ ਹੈਗੇ ਨੇ। ਅੱਗੇ ਚੱਲਦੇ ਹਾਂ। ਪਿਆਰੇ ਬੱਚਿਓ, ਆਪਾਂ ਜਾਣ ਲਿਆ ਹੈ ਕਿ ਇਹ ਰੁੱਖ ਸਾਡੇ ਲਈ ਕਿੰਨੇ ਜ਼ਰੂਰੀ ਹਨ। ਰੁੱਖਾਂ ਬਿਨਾਂ ਮਨੁੱਖ ਦਾ ਜੀਵਨ ਹੀ ਸੰਭਵ ਨਹੀਂ। ਇਸ ਲਈ ਆਓ ਆਪਾਂ ਸਭ ਮਿਲ ਕੇ ਖਤਮ ਹੋ ਰਹੇ ਰੁੱਖਾਂ ਨੂੰ ਬਚਾਈਏ। ਸਾਰੇ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਸਾਡੀ ਧਰਤੀ ਹਰੀ ਭਰੀ ਰਹੇ। ਤੇ ਬੱਚਿਓ, ਇੱਥੇ ਦੱਸਿਆ ਗਿਆ ਵੀ ਆਪਾਂ ਬਹੁਤ ਸਾਰੇ ਰੁੱਖਾਂ ਬਾਰੇ ਪੜ੍ਹ ਲਿਆ। ਨਿੰਮ ਹੋ ਗਿਆ, ਪੀਪਲ ਹੋ ਗਿਆ, ਸ਼ੀਸ਼ਮ ਹੋ ਗਿਆ ਤੇ ਟਾਹਲੀ ਦਾ ਰੁੱਖ। ਤੇ ਹੁਣ ਆ ਜ਼ਰੂਰੀ ਹੈਗਾ ਵੀ ਸਾਨੂੰ ਪਤਾ ਲੱਗ ਗਿਆ ਜਿਵੇਂ ਕਿ ਰੁੱਖ ਕਿੰਨੇ ਜ਼ਰੂਰੀ ਹੈਗੇ ਨੇ ਮਨੁੱਖ ਦੇ ਜੀਵਨ ਦੇ ਲਈ। ਤੇ ਇਹਨਾਂ ਤੋਂ ਬਿਨਾਂ ਤਾਂ ਜੀਵਨ ਸੰਭਵ ਹੀ ਨਹੀਂ। ਸੰਭਵ ਦਾ ਮਤਲਬ ਹੋ ਸਕਣ ਵਾਲੀ ਗੱਲ ਹੈ ਹੀ ਨਹੀਂ। ਤੇ ਸਾਨੂੰ ਇਹ ਬਹੁਤ ਜ਼ਰੂਰੀ ਹੈ ਵੀ ਅਸੀਂ ਇਹਨਾਂ ਰੁੱਖਾਂ ਨੂੰ ਬਚਾਈਏ, ਇਹਨਾਂ ਨੂੰ ਉਗਾਈਏ। ਤੇ ਬੱਚਿਓ, ਸਾਡੀ ਧਰਤੀ ਹਰੀ ਭਰੀ ਰਹੇ, ਇਸ ਦਾ ਖਿਆਲ ਤੇ ਧਿਆਨ ਹੁਣ ਤੁਸੀਂ ਰੱਖਣਾ ਹੈ। ਅੱਗੇ ਚੱਲਦੇ ਹੈਗੇ ਆ ਪਾਠ ਅਭਿਆਸ। ਪਹਿਲੀ ਗੱਲ ਹੈ ਯਾਦ ਰੱਖਣ ਯੋਗ ਗੱਲਾਂ। ਪਹਿਲਾ, ਪੰਜਾਬ ਦਾ ਰਾਜ ਰੁੱਖ
टाली है। बहुत जरूरी गल। निम दा रुख कई रोगां दी इलाज लई वरतिया जांदा है। बोड़ दी उम्र सैकड़े साल हुंदी है। दूजा, पढ़ो अते समझो। लोप दा मतलब खत्म। सदी 100 साल दा समा। सखणे खाली, सैकड़े, कई सौ। इत्थे कोई लिखिया होया तुसी ध्यान दियो, या तो सिर्फ 100 लिख सकते हो या कई सौ। अगे चलते हैं। जूसियां, शरीरा, थन, शरीर, लखण, अंदाजा, लाख, पौधे दे तड़े विचों रिसण वाला पदार्थ। तीजा है ठीक शब्द चुन के खाली थावा भरो। इत्थे शब्द दिते हुए ने दातण, पेट, आलड़े, रुख ते कोटने। इन्हां शब्दां नूं इस्तेमाल करके आपां खाली थावां विच भरना है। ऊड़ा कोई समा सी जदों हरेक घर विच कोई ना कोई डैश जरूर हुंदा सी। रुख। ऐड़ा निम दी डैश दंदां नूं रोग रहित रखदी है। दातण। ईड़ी घरां विच मसाले रगड़न लई वरते जांदे डैश ज्यादातर निम रुख दे बणे हुंदे हन। कोटने। ससा पीपल दी जड़ अते छिल नूं डैश दियां बीमारियां दे इलाज लई वरतिया जांदा है। हाहा बोड़ दे वड्डे आकार उत्ते संघणे पत्तियां करके बहुत सारे पंछी इस उत्ते अपने डैश पाउंदे हन। आलणे। चौथा है हेठ लिखे प्रश्नां दे उत्तर लिखो। ऊड़ा पंजाब दा राज रुख केड़ा है? पंजाब दा राज रुख टाली है। अगे चलते हैं। ऐड़ा टाली दी लकड़ केहो जही हुंदी है? टाली दी लकड़ मजबूत ते रेशेदार हुंदी है। ईड़ी निम दे रुख ते लगण वाले फल दा नां लिखो। निम दे रुख ते लगण वाले फल नूं निमोलिया कहा जांदा है। ससा पीपल दे रुख नूं कटिया क्यों नहीं जांदा? पीपल दे रुख नूं धार्मिक संस्कारां करके कटिया नहीं जांदा। हाहा बोड़ दा रुख साडे की काम आउंदा है? बोड़ दा रुख सानू छां ते बालण लई लकड़ दिंदा है। इस दी छल, पत्ते ते दुध नू कई बीमारियां दे इलाज लई वरतिया जांदा है। बच्चे इस दी दाढ़ी नू फड़ के झूटे लेंदे हन। ते आपां ਇਹ भी लिख सकते हैं
ਕਿ ਇਸ ਉੱਪਰ ਪੰਛੀ ਆਪਣੇ ਆਲਣੇ ਵੀ ਬਣਾ ਲੈਂਦੇ ਹਨ। ਕੱਕਾ, ਪੀਪਲ ਦੀ ਲਾਖ ਤੋਂ ਕੀ ਕੁਝ ਬਣਦਾ ਹੈ? ਪੀਪਲ ਦੀ ਲਾਖ ਤੋਂ ਬਟਨ, ਬਿਜਲੀ ਦੀਆਂ ਤਾਰਾਂ ਲਈ ਪਲਾਸਟਿਕ ਆਦਿ ਬਣਦਾ ਹੈ। ਪੰਜਵਾਂ ਹੈ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਊੜਾ ਹੈਗਾ ਹੈ ਰੁੱਖ, ਜਿਹਦਾ ਮਤਲਬ ਹੁੰਦਾ ਹੈ ਦਰਖਤ। ਆਪਾਂ ਲਿਖ ਸਕਦੇ ਹਾਂ ਵਾਤਾਵਰਣ ਦੇ ਬਚਾਓ ਲਈ ਸਾਨੂੰ ਰੁੱਖ ਨਹੀਂ ਵੱਢਣੇ ਚਾਹੀਦੇ ਜਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਐੜਾ, ਲੱਕੜ, ਰੁੱਖਾਂ ਦਾ ਜਿਹੜਾ ਸਖਤ ਭਾਗ ਹੁੰਦਾ ਹੈ ਉਹਨੂੰ ਲੱਕੜ ਕਹੀਦਾ ਹੈ। ਰੁੱਖਾਂ ਤੋਂ ਸਾਨੂੰ ਲੱਕੜ ਮਿਲਦੀ ਹੈ ਜਾਂ ਫਿਰ ਟਾਹਲੀ ਦੀ ਲੱਕੜ ਬੜੀ ਮਜ਼ਬੂਤ ਤੇ ਰੇਸ਼ੇਦਾਰ ਹੁੰਦੀ ਹੈ।
ਤੀਜਾ ਹੈਗਾ ਉਮਰ, ਆਯੂ ਜਾਂ ਆਪਾਂ ਕਹਿ ਸਕਦੇ ਹਾਂ ਜੀਵਨ ਦਾ ਸਮਾਂ। ਤੁਸੀਂ ਲਿਖ ਸਕਦੇ ਹੋ ਮੇਰੀ ਉਮਰ 10 ਸਾਲ ਹੈ, ਜਾਂ ਬੋਰਡ ਦੇ ਰੁੱਖ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਅਗਲਾ ਹੈਗਾ ਝੂਟੇ। ਆਪਾਂ ਲਿਖ ਸਕਦੇ ਹਾਂ ਬੱਚੇ ਝੂਟੇ ਲੈ ਰਹੇ ਹਨ, ਜਾਂ ਕੁੜੀਆਂ ਪੀਪਲ ਦੇ ਪਿੰਗ ਪਾ ਕੇ ਝੂਟੇ ਲੈ ਰਹੀਆਂ ਹਨ। ਹਾਹਾ ਛਾਂ। ਆਪਾਂ ਲਿਖ ਸਕਦੇ ਹਾਂ ਪੀਪਲ ਦੀ ਰੁੱਖ ਦੀ ਛਾਂ ਸੰਘਣੀ ਹੁੰਦੀ ਹੈ, ਜਾਂ ਗਰਮੀਆਂ ਵਿੱਚ ਦਰਖਤਾਂ ਦੀ ਛਾਂ ਬੜੀ ਪਿਆਰੀ ਲੱਗਦੀ ਹੈ। छेवां प्रश्न है मिलान करो। टाली, मजबूत लकड़, नीम, रोगां दा इलाज, पीपल, धार्मिक संस्कारां नाल जुड़िया रुख, बोर्ड, संघनी छां। 7वां प्रश्न ਵੱਖ-ਵੱਖ ਰੁੱਖਾਂ ਬਾਰੇ ਗੀਤਾਂ ਦੀਆਂ ਕੁਝ ਸਤਰਾਂ ਸੁੰਦਰ ਕਰਕੇ ਲਿਖੋ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਟਾਲੀ ਬਾਰੇ ਗੀਤ। ਇਹਦੇ ਨਾਲ ਸੰਬੰਧਿਤ ਦੋ ਗੀਤ ਹੈਗੇ ਨੇ। ਇੱਕ ਤਾਂ ਤੁਸੀਂ ਲਿਖ ਸਕਦੇ ਹੋ ਉੱਚੀਆਂ ਲੰਬੀਆਂ ਟਾਲੀਆਂ ਵਿੱਚ ਗੁਜਰੀ ਦੀ ਪੀਂਗ ਵੇ ਮਾਈਆ, ਜਾਂ ਤੁਸੀਂ ਲਿਖ ਸਕਦੇ ਹੋ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਜਿਉਂ ਟਾਲੀ ਦੇ ਪਾਵੇ, ਭੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ। ਤੇ ਆਪਾਂ ਇਹ ਦੋਵੇਂ ਚੀਜ਼ਾਂ ਲਿਖ ਲਾਂਗੇ। ਜਾਂ ਆਪਾਂ ਲਿਖ ਸਕਦੇ ਹਾਂ
अगला आपां लिखांगे निम बारे, जिहदे विच आपां लिख सकदे हां कौड़ी निम नूं पतासे लगदे जिथों भी मेरा वीर लंघ जे। हुण आपां लिखांगे बोड़ बारे। एक मां बोड़ दी छां ते रब दा नां प्यारे इक्को जिहे। चौथा आपां लिखांगे किक्कर बारे। ਇਹਦੇ ਤੇ ਲੋਕ ਗੀਤ ਹੈਗਾ ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ। ਦੂਜਾ ਆਪਾਂ ਇੱਥੇ ਹੋਰ ਲਿਖ ਸਕਦੇ ਹਾਂ ਪੀਪਲ ਬਾਰੇ। ਸੌਣ ਮਹੀਨੇ ਤੀਆਂ ਦੀ ਰੁੱਤ ਪਿਪਲੀ ਪਿੰਗਾਂ ਪਾਈਆਂ। ਜਾਂ ਪਿੰਗਾਂ ਪਈਆਂ। ਤੀਜਾ ਆਪਾਂ ਲਿਖ ਸਕਦੇ ਹਾਂ ਚੰਦਨ ਬਾਰੇ। ਬੇਟੀ ਚੰਦਨ ਦੇ ਓਲੇ ਓਲੇ ਕਿਉਂ ਖੜੀ ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ ਬਾਬਲ ਵੱਲ ਲੋੜੀਏ। ਨਾਲ ਹੀ ਆਪਾਂ ਲਿਖ ਸਕਦੇ ਹਾਂ ਕਰੀਰ ਬਾਰੇ। ਸੌਣ ਮਹੀਨੇ ਮੀਂਹ ਪੈ ਜਾਂਦਾ ਲੱਗਦਾ ਕਰੀਰ ਬਾਟਾ। 8ਵਾਂ ਪ੍ਰਸ਼ਨ ਹੈ ਆਪਣੇ ਚਾਚਾ ਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸਕੂਲ ਵਿੱਚੋਂ ਛੁੱਟੀ ਲੈਣ ਲਈ ਅਰਜ਼ੀ ਲਿਖੋ। ਆਪਾਂ ਲਿਖਾਂਗੇ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਪ੍ਰਾਇਮਰੀ
स्कूल लुधियाना इत्थे लिखांगे विशा भरा दे विआह ते छुट्टी लैण बारे अर्जी इत्थे लिखांगे श्रीमान जी बेनती ये है कि मेरे वड्डे भरा दा विआह जो भी तरीक होएगी वो तुसी लिखोगे उसनू तय होया है 13 जुलाई 2021 ਨੂੰ तय होया है ते मेरा विआह विच शामिल होना बहुत जरूरी है इसलिए मैं 2 दिन स्कूल नहीं आ सकता कृपा करके मैनू मिति 13 ते 14 जुलाई 2021 तक 2 दिनां दी छुट्टी ਦਿੱਤੀ ਜਾਵੇ ਜੇ ਤੁਸੀਂ ਭਰਾ ਦੀ ਥਾਂ ਤੇ ਚਾਚਾ ਜੀ ਹੀ ਲਿਖਣਾ ਹੈ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ जे तुसी 13 ते 14 जुलाई लिखना है वो भी ठीक है जे तुसी 12 ते 13 जुलाई लिखना है वो भी ठीक होएगा इत्थे लिखोगे धन्यवाद सहित आप जी दा आज्ञाकारी कॉमा नाम लिखोगे तुसी अपना हो सकता है रोल नंबर भी होए थानू याद तुसी रोल नंबर भी दे सकते हो ते नाल दी नाल जमात वो भी लिख सकते हो चौथी इत्थे आ जाएगी मिति जिस डेट नू तुसी चिट्ठी लिख रहे हो मान लो तुसी पहला दस्सिया तो इत्थे आ जाएगा 12 जुलाई 2021 ठीक है बच्चों ये हो गया अज का पाठ ते मैं उम्मीद करती हूँ भी थानू समझ भी आ गया होएगा हुण आपां अगली क्लास मिलांगे तब तक तुसी अपना ध्यान रखियो सत श्री अकाल।